वेलकम स्टूडेंट्स, चलते हैं उच्चारण दे वाल। पहला वर्ड है CAMOUFLAGE। ਇਹਦਾ उच्चारण है कैमोफ्लाज। जी हाँ, बोल के दिखाओ की है कैमोफ्लाज। फ्लाज कहना है आपा। ਹੁਣ ਇਹਦਾ मतलब ਕੀ है? कोई गल नहीं, आप समझते हैं। पहला आप एक सेंटेंस लिखते हैं। मान लो आप कहना होवे मिलिट्री ट्रक्स। सेंटेंस दे रही मैं समझाऊंगा स्टूडेंट्स। लिखो एग्जांपल रही, मिलिट्री ट्रक्स वर कैमोफ्लाज्ड। मिलिट्री ट्रक्स ਨੂੰ कैमोफ्लाज ਕੀਤਾ ਗਿਆ with branches of trees। with branches of trees। कैमोफ्लाज ਦਾ मतलब ਹੁੰਦਾ ਹੈ ਛੁਪਾ ਲੈਣਾ, ਲੁਕੋ ਲੈਣਾ ਕਿਸੇ ਵੀ ਚੀਜ਼ ਨੂੰ ਸਰਾਊਂਡਿੰਗਸ ਦੇ ਅਨੁਸਾਰ, ਆਸੇ-ਪਾਸੇ ਦੇ ਅਨੁਸਾਰ, ਤਾਂ ਕਿ ਦੁਸ਼ਮਣ ਨੂੰ ਪਤਾ ਨਾ ਲੱਗ ਸਕੇ। ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ, ਮੰਨ ਲਓ ਮਾਰੂਥਲ ਦਾ ਇਲਾਕਾ ਹੈ ਤਾਂ ਟਰੱਕਸ ਨੂੰ, ਜੀਪਸ ਨੂੰ, ਮਿਲਟਰੀ ਦੇ ਵਹੀਕਲਸ ਨੂੰ ਕਈ ਵਾਰੀ ਕੀ ਹੁੰਦਾ ਹੈ, ਜਿਹੜਾ ਮਿੱਟੀ ਦਾ ਰੰਗ ਹੁੰਦਾ ਹੈ ਉਹਦੇ ਕਲਰ ਦਾ ਉਹਨੂੰ ਪੇਂਟ ਕਰ ਦਿੰਦੇ ਨੇ ਤਾਂ ਕਿ ਦੂਰ ਬੈਠੇ ਦੁਸ਼ਮਣ ਨੂੰ ਪਤਾ ਨਾ ਲੱਗ ਸਕੇ ਕਿ ਕੀ ਚੀਜ਼ ਚੱਲ ਰਹੀ ਹੈ। ਬਿਲਕੁਲ ਤੇ ਬਿਲਕੁਲ ਸਰਾਊਂਡਿੰਗਸ ਦੇ ਅਨੁਸਾਰ ਲੁਕੋ ਲੈਣਾ, ਉਸ ਵਰਗਾ ਬਣਾ ਕੇ ਉਹਨੂੰ ਲੁਕੋ ਲੈਣਾ, ਉਹਨੂੰ ਆਪਾਂ ਕਹਿੰਦੇ ਹੁੰਦੇ ਆ कैमोफ्लाज करना। जिन्हें कि एक एग्जांपल है, इतने डेजर्ट एरिया दी एग्जांपल नहीं। देखो मिलिट्री ट्रक्स वर कैमोफ्लाज्ड। मान लो जंगल दे विचों जा रहे ने, कई बार की हुंदा दूर बैठे दुश्मन नूं पता ना लगे। ट्रक्स नूं ਜਿਹੜੀਆਂ ਟਾਹਣੀਆਂ ਹੁੰਦੀਆਂ ਨੇ ਦਰਖਤਾਂ ਦੀਆਂ, ਪੱਤੇ ਵਗੈਰਾ ਹੁੰਦੇ ਨੇ, ਇਹਨਾਂ ਦੇ ਨਾਲ ਚੰਗੀ ਤਰ੍ਹਾਂ ਢੱਕ ਦਿੰਦੇ ਨੇ ਤਾਂ ਕਿ ਮੂਵਮੈਂਟ ਦਾ ਪਤਾ ਨਾ ਲੱਗ ਸਕੇ। ਉਹਨੂੰ ਆਪਾਂ ਕੀ ਕਹਿੰਦੇ ਆ? कैमोफ्लाज करना। नेक्स्ट वर्ड इज FUSELAGE। ਇਹਦਾ ਉਚਾਰਨ ਕੀ ਹੈ ਸਟੂਡੈਂਟਸ? ਇਹਦਾ ਸਹੀ ਉਚਾਰਨ ਹੈ ਫਿਊਜ਼ਲਾਜ। ਇਹਦੇ ਵਿੱਚ ਜੋ S ਹੈ ਇਹਨੂੰ ਆਪਾਂ ਜ਼ ਕਹਿਣਾ ਹੈ ਤੇ LAG ਨੂੰ ਆਪਾਂ ਲੇਜ ਜਾਂ ਲਿਜ ਨਹੀਂ ਕਹਿਣਾ, ਲਾਜ਼ ਕਹਿਣਾ ਹੈ ਇੱਥੇ। ਫਿਊਜ਼ਲਾਜ। ਇੱਕ ਵਾਰੀ ਬੋਲ ਕੇ ਦਿਖਾਓ ਕੀ ਹੈ ਇਹ? ਫਿਊਜ਼ਲਾਜ। ਫਿਊਜ਼ਲਾਜ ਦਾ ਮਤਲਬ ਹੈ ਮੇਨ ਬੋਡੀ ਪਾਰਟ ਆਫ ਐਨ 에ਅਰਕ੍ਰਾਫਟ। 에ਅਰਕ੍ਰਾਫਟ ਦਾ ਜਿਹੜਾ ਮੇਨ ਬੋਡੀ ਪਾਰਟ ਹੁੰਦਾ ਹੈ ਜਿਹਦੇ ਵਿੱਚ ਪੈਸੇਂਜਰਸ ਬੈਠਦੇ ਹਨ, ਸਮਾਨ ਵਗੈਰਾ ਰੱਖਿਆ ਹੁੰਦਾ ਹੈ, ਗੁੱਡਸ ਰੱਖਦੇ ਹਾਂ, ਉਸ ਬੋਡੀ ਪਾਰਟਸ ਨੂੰ ਆਪਾਂ ਕੀ ਕਹਿੰਦੇ ਹਾਂ? ਫਿਊਜ਼ਲਾਜ। ਤਾਂ ਆਪਾਂ ਬਣਾਈਏ ਇੱਕ ਸੈਂਟੈਂਸ। ਮੰਨ ਲਓ ਆਪਾਂ ਕਹਿਣਾ ਹੋਵੇ the aircraft's fuselage is being sanitized। ਤਾਂ Z ਨਾਲ ਆਪਾਂ ਇਹਨੂੰ ਲਿਖ ਲਿਆ, the aircraft's fuselage is being sanitized। ਇਹਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਸੋ ਆਈ ਥਿੰਕ ਕਲੀਅਰ ਸਟੂਡੈਂਟਸ। ਮੈਨੂੰ ਜ਼ਿਆਦਾ ਡਰਾਇੰਗ ਨਹੀਂ ਆਉਂਦੀ। ਮੰਨ ਲਓ ਐਰੋਪਲੇਨ ਹੈ ਤੇ ਇਹਦੇ ਵਿੰਗਸ ਹਨ ਜਿੱਥੇ ਪੈਸੇਂਜਰਸ ਬੈਠਦੇ ਹਨ। ਇਧਰ ਸਾਡੀ ਕਾਕਪਿਟ ਆ ਗਈ, ਇਧਰ ਨੀਚੇ ਸਮਾਨ ਵਗੈਰਾ ਰੱਖਿਆ ਹੁੰਦਾ ਹੈ। ਇਸ ਏਰੀਏ ਨੂੰ ਆਪਾਂ ਅਕਸਰ ਕੀ ਕਹਿ ਦਿੰਦੇ ਹਾਂ? ਫਿਊਜ਼ਲਾਜ। ਤਾਂ ਇੱਕ ਵਾਰੀ ਬੋਲ ਕੇ ਦਿਖਾਓ ਤੁਸੀਂ ਖੁਦ ਸੈਂਟੈਂਸ। The aircraft's fuselage is being sanitized। Next is GARAGE। ਦੋਸਤੋ ਇਹਦੇ ਦੋ ਉਚਾਰਨ ਨੇ। ਤੁਸੀਂ ਚਾਹੋ ਤਾਂ ਇਹਨੂੰ ਗੈਰਾਜ ਬੋਲ ਸਕਦੇ ਹੋ ਤੇ ਤੁਸੀਂ ਚਾਹੋ ਇਹਨੂੰ ਗੈਰੇਜ ਬੋਲ ਸਕਦੇ ਹੋ। ਦੋਨੋਂ ਹੀ ਐਕਸੈਪਟੇਬਲ ਨੇ। ਕੁਝ ਦੇਸ਼ਾਂ ਦੇ ਵਿੱਚ ਇਹਨੂੰ ਬੋਲ ਦਿੰਦੇ ਹਨ ਗੈਰਾਜ ਤੇ ਕੁਝ ਦੇ ਵਿੱਚ ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਗੈਰੇਜ। ਮੰਨ ਲਓ ਆਪਾਂ ਕਹਿਣਾ ਹੋਵੇ ਕਾਰ ਨੂੰ ਪਾਰਕ ਕਰ ਦਿਓ ਗੈਰਾਜ ਦੇ ਵਿੱਚ ਜਾਂ ਗੈਰੇਜ ਦੇ ਵਿੱਚ। Oh, park the car in the garage ਜਾਂ garage। Next is soap। ਤੇ ਇਹਨੂੰ ਬੋਲ ਕੇ ਦਿਖਾਓ। ਬਹੁਤ ਸਾਰੇ ਲੋਕ ਇਹਨੂੰ ਬੋਲ ਦਿੰਦੇ ਨੇ ਅਪੇਰਾ। Oh, ਅਪੇਰਾ ਨਹੀਂ ਹੈ, ਇਹ ਹੈ ਅਪਰਾ। ਸੋਪ ਅਪਰਾ। ਸੋਪ ਅਪਰਾ। ਸੋਪ ਅਪਰਾ ਦਾ ਮਤਲਬ ਹੁੰਦਾ ਸਟੂਡੈਂਟਸ, ਮੈਨੂੰ ਆਸਾਨ ਭਾਸ਼ਾ ਸਮਝਾਉਣਾ ਹਾਂ, ਇਹ ਹੈ ਇੱਕ ਇਮੋਸ਼ਨਲ ਫੈਮਿਲੀ ਡਰਾਮਾ। ਤੁਸੀਂ ਦੇਖਿਆ ਹੋਏਗਾ ਸਟਾਰ ਪਲੱਸ ਤੇ ਅੱਜ ਕੱਲ੍ਹ ਇਹਨੇ ਚੈਨਲਸ ਦੇ ਉੱਤੇ ਆ ਜਿਹੜੇ ਸੀਰੀਅਲਸ ਚੱਲਦੇ ਹਨ, ਫੈਮਿਲੀ ਡਰਾਮਾਸ ਚੱਲਦੇ ਹਨ, ਉਹਨਾਂ ਨੂੰ ਆਪਾਂ ਸੋਪ ਅਪਰਾਜ਼ ਕਹਿੰਦੇ ਹਾਂ। ਕੀ ਕਹਿੰਦੇ ਹਾਂ? ਸੋਪ ਅਪਰਾਜ਼। ਤੇ ਇਹਨੂੰ ਸ਼ਾਰਟ ਦੇ ਵਿੱਚ, ਸਪੋਕਨ ਇੰਗਲਿਸ਼ ਦੇ ਵਿੱਚ, ਪਲੂਰਲ ਦੇ ਵਿੱਚ ਇਹਨੂੰ ਆਪਾਂ ਸੋਪਸ ਵੀ ਕਹਿ ਦਿੰਦੇ ਹਾਂ। ਜੇ ਹਰੋਜ਼ ਚੱਲਦੇ ਹਨ ਡੇਲੀ ਸੋਪਸ, ਜਾਂ ਸਿੰਪਲੀ ਕਹਿ ਦਿੰਦੇ ਹਾਂ ਸੋਪਸ। ਇੱਥੇ ਸੋਪ ਦਾ ਮਤਲਬ ਸਾਬਣ ਨਹੀਂ ਹੈ। ਆਪਾਂ ਕਹਿਣਾ ਵੇ ਉਹਨੂੰ ਇਹ ਜਿਹੇ ਸੀਰੀਅਲਸ ਦਾ
ਜਿਹੜੇ ਟੈਲੀਵਿਜ਼ਨ ਤੇ ਕਿਸੇ ਦੇ ਵੀ ਚੱਲ ਸਕਦੇ ਹਨ, ਇਮੋਸ਼ਨਲ ਫੈਮਿਲੀ ਡਰਾਮਾਜ਼ ਹੁੰਦੇ ਹਨ, ਜਿਵੇਂ ਕਿ ਬਹੁਤ ਮਸ਼ਹੂਰ ਹੋਇਆ ਹੈ ਕਿਉਂਕਿ ਸਾਸ ਵੀ ਕभी बहू थी, ਕਹਾਣੀ ਘਰ ਘਰ ਕੀ, ਇਹ ਸਾਰੇ ਕੀ ਹਨ? ਸੋਪ ਓਪਰਾਸ। ਜਾਂ ਸਪੋਕਨ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ soaps, daily soaps. Oh, she is fond of soaps. Yeah, she is fond of these daily soaps. Yeah, she is fond of soap operas. चलते हैं स्टूडेंट्स स्पोकन इंग्लिश सेंटेंसेस की तरफ। ਜਦੋਂ ਅਸੀਂ ਇੰਗਲਿਸ਼ ਬੋਲਦੇ ਹਾਂ ਕਈ ਵਾਰ ਅਸੀਂ ਕਿਸੇ ਸ਼ਬਦ ਤੇ ਅਟਕ ਜਾਂਦੇ ਹਾਂ ਕਿਉਂਕਿ ਸਾਨੂੰ ਉਹਨਾਂ ਦੀ ਇੰਗਲਿਸ਼ ਨਹੀਂ ਆਉਂਦੀ। ਅੱਜ ਆਪਾਂ ਉਹਨਾਂ ਦੀ ਪ੍ਰੈਕਟਿਸ ਕਰਾਂਗੇ। ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਮਿਕਸਡ ਆਪਾਂ ਸੈਂਟੈਂਸਸ ਪੜਨ ਜਾ ਰਹੇ ਹਾਂ। ਮੰਨ ਲਓ ਆਪਾਂ ਕਿਸੇ ਨੂੰ ਕਹਿਣਾ ਹੋਵੇ ਤੁਸੀਂ ਮੇਰੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ, ਜਾਂ ਤੂੰ ਮੇਰੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ। ਮੈਂ ਅਕਸਰ ਦੇਖਦਾ ਸਟੂਡੈਂਟਸ ਸ਼ੁਰੂ ਤੱਕ ਕਰ ਲੈਣਗੇ ਯੂ ਡਿਡ ਨਾਟ, ਅੱਗੇ ਰੁਕ ਜਾਣਗੇ, ਇੱਕਦਮ ਸੋਚੀ ਪੈ ਜਾਂਦੇ ਨੇ ਯਾਰ ਖਰਾ ਉਤਰਨ ਦੀ ਇੰਗਲਿਸ਼ ਕੀ ਹੁੰਦੀ ਹੈ। ਇੱਥੇ ਮੈਂ ਸਿਖਾਉਣਾ ਉਮੀਦਾਂ ਤੇ ਜੇ ਖਰਾ ਉਤਰਨ ਦੀ ਇੰਗਲਿਸ਼ ਤੁਹਾਨੂੰ ਚਾਹੀਦੀ ਹੈ ਸਟੂਡੈਂਟਸ, ਤਾਂ ਇਹ ਵਾਲਾ ਤੁਸੀਂ ਨੋਟ ਕਰ ਸਕਦੇ ਹੋ, ਲਿਵ ਅਪ ਟੂ ਐਕਸਪੈਕਟੇਸ਼ਨਸ। ਹਾਂਜੀ, ਲਿਵ ਅਪ ਟੂ ਐਕਸਪੈਕਟੇਸ਼ਨਸ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਉਮੀਦਾਂ ਤੇ ਖਰਾ ਉਤਰਨਾ। ਇਹਨੂੰ ਨੋਟ ਕਰ ਲਓ, ਲਿਵ ਅਪ ਟੂ ਐਕਸਪੈਕਟੇਸ਼ਨਸ, ਉਮੀਦਾਂ ਤੇ ਖਰਾ ਉਤਰਨਾ। ਹੁਣ ਜਿਹੜਾ ਸੈਂਟੈਂਸ ਹੈ ਤੁਸੀਂ ਮੇਰੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ, ਤਾਂ ਆਪਾਂ ਇਹਦੀ ਇੰਗਲਿਸ਼ ਐਦਾਂ ਬਣਾ ਦੇਵਾਂਗੇ, ਲਿਖੋ you did not, past indefinite tense, you did not, okay, live up to my expectations. You did not live up to my expectations means ਤੁਸੀਂ ਮੇਰੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। You didn't live up to my expectations। ਕਿਸੇ ਵੀ ਟੈਂਸ ਕਿਸੇ ਵੀ ਥਾਂ ਤੇ ਆਪਾਂ ਯੂਜ਼ ਕਰ ਸਕਦੇ ਹਾਂ। ਜਿਵੇਂ ਕਿ ਆਪਾਂ ਕਹਿਣਾ ਹੋਵੇ ਉਹ ਮੇਰੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ, he could not live up to my expectations। ਇੱਕ ਵਾਰ ਤੁਸੀਂ ਵੀ ਬੋਲੋ, ਪ੍ਰੈਕਟਿਸ ਹੋ ਜਾਵੇਗੀ ਸਾਡੀ। ਬੋਲੋ ਕੀ ਹੈ ਉਮੀਦਾਂ ਦੇ ਖਰਾ ਉਤਰਨ ਦੀ ਇੰਗਲਿਸ਼ ਕੀ ਹੈ? live up to expectations। ਇੱਥੇ ਇੱਕ ਚੀਜ਼ ਹੋਰ ਦੱਸਦਾ ਸਟੂਡੈਂਟਸ, ਜਦੋਂ ਕੋਈ ਕਿਸੇ ਦੀਆਂ ਉਮੀਦਾਂ ਤੇ ਖਰਾ ਨਾ ਉਤਰੇ, ਇਹ ਤਾਂ ਲਿਖ ਲਿਆ ਆਪਾਂ ਨੇ, ਤੁਸੀਂ ਇਹਨੂੰ ਐਦਾਂ ਵੀ ਕਹਿ ਸਕਦੇ ਹੋ live up to expectations ਦੀ ਬਜਾਏ ਇੱਕ ਐਕਸਪ੍ਰੈਸ਼ਨ ਹੁੰਦਾ ਹੈ fall short of expectations। ਇਹਦਾ ਮਤਲਬ ਵੀ ਹੈ ਉਮੀਦਾਂ ਤੇ ਖਰਾ ਨਾ ਉਤਰਨਾ। ਐਕਚੁਅਲੀ ਇਹ ਨੈਗੇਟਿਵਲੀ ਯੂਜ਼ ਆਏਗਾ। fall means ਡਿੱਗ ਪੈਣਾ, ਐਕਸਪੈਕਟੇਸ਼ਨਸ ਤੋਂ ਪਹਿਲਾਂ ਹੀ fall ਕਰ ਜਾਣਾ, ਐਕਸਪੈਕਟੇਸ਼ਨਸ ਤੱਕ ਨਾ ਪਹੁੰਚਣਾ। fall short of expectations। ਇਹੋ ਸੈਂਟੈਂਸ ਨੂੰ ਆਪਾਂ ਐਦਾਂ ਵੀ ਬਣਾ ਸਕਦੇ ਸੀ ਸਟੂਡੈਂਟਸ, ਨੋਟ ਕਰ ਲਓ, you fall ਦੀ ਸੈਕਿੰਡ ਫਾਰਮ fell, you fell short of my expectations। You fell short of my expectations means ਤੁਸੀਂ ਮੇਰੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਸੋ ਜਾਂ ਤਾਂ ਐਦਾਂ ਕਹਿ ਲਓ did not live up to, ਜਾਂ ਫਿਰ ਐਦਾਂ ਕਹਿ ਲਓ fall short of expectations। ਚੱਲਦੇ ਆਗੇ ਸਟੂਡੈਂਟਸ। ਜੇ ਆਪਾਂ ਇਹ ਕਹਿਣਾ ਹੋਵੇ ਉਸਨੇ ਮੇਰੀਆਂ ਉਮੀਦਾਂ ਤੇ ਪਾਣੀ ਪਾ ਦਿੱਤਾ, ਉਹਨੂੰ ਚਕਨਾਚੂਰ ਕਰ ਦਿੱਤਾ, ਉਮੀਦਾਂ ਨੂੰ ਤਹਿਸ ਨਹਿਸ ਕਰ ਦਿੱਤਾ, ਤੋੜ ਦਿੱਤਾ, ਤਾਂ ਆਪਾਂ ਕੀ ਕਵਾਂਗੇ? ਦੇਖੋ ਮੈਂ ਦੇਖਿਆ ਇੰਗਲਿਸ਼ ਤਾਂ ਬਣ ਜਾਵੇਗੀ, ਕੋਈ ਸ਼ਬਦ ਨਹੀਂ ਆਉਂਦਾ ਤਾਂ ਅਸੀਂ ਬ੍ਰੇਕ ਵਰਡ ਦਾ ਸਹਾਰਾ ਲੈ ਕੇ ਬਣਾ ਦਾਂਗੇ ਤੇ ਸਮਝ ਵੀ ਆ ਜਾਏਗਾ। ਅਕਸਰ ਲੋਕੀ ਕਹਿ ਰਹੇ ਹਨ ਓ ਹੀ ਬ੍ਰੋਕ ਮਾਈ ਹੋਪਸ, ਲੇਕਿਨ ਮੈਂ ਇੱਥੇ ਦੱਸਦਾ ਸਟੂਡੈਂਟਸ, ਜਦੋਂ ਉਮੀਦਾਂ ਨੂੰ ਚਕਨਾਚੂਰ ਕਰਨਾ ਹੋਵੇ ਤਾਂ ਹੋਪਸ ਦੇ ਅੱਗੇ ਦੋ ਵਰਡਸ ਜ਼ਿਆਦਾ ਚੱਲਦੇ ਹਨ। ਕਿਹੜੇ ਕਿਹੜੇ ਵਰਡਸ? ਨੋਟ ਕਰ ਲਓ। ਇੱਕ ਵਰਡ ਹੈ ਸ਼ੈਟਰ। ਹੋਪਸ ਨੂੰ ਸ਼ੈਟਰ ਕਰਨ ਦਾ ਮਤਲਬ ਹੁੰਦਾ ਹੈ ਹੋਪਸ ਨੂੰ ਤਹਿਸ ਨਹਿਸ ਕਰ ਦੇਣਾ, ਹੋਪਸ ਨੂੰ ਕੀ ਕਰ ਦੇਣਾ? ਤੋੜ ਦੇਣਾ, ਚਕਨਾਚੂਰ ਕਰ ਦੇਣਾ। ਦੂਸਰਾ ਵਰਡ ਹੈ ਡੈਸ਼। ਡੈਸ਼, ਜੀ ਹਾਂ, ਡੈਸ਼ ਵੀ ਇੱਕ ਵਰਬ ਹੈ। ਉਸਨੇ ਮੇਰੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ, ਤਾਂ ਆਪਾਂ ਕਵਾਂਗੇ he shattered, ਸੈਕਿੰਡ ਫਾਰਮ ਦੇ ਵਿੱਚ ਬਣਾ ਲੈਣੇ ਆਪਾਂ my hopes। ਓਕੇ, ਇਸ ਵਾਰ ਆਪਾਂ ਹੋਪ ਸ਼ਬਦ ਯੂਜ਼ ਕਰ ਲਿਆ ਜਾ, he dashed my hopes, he dashed my hopes। ਇਹ ਜਿਹੜੇ ਦੋਨੋਂ ਸ਼ਬਦ ਹਨ ਬ੍ਰੇਕ ਦੀ ਬਜਾਏ ਹੋਪ ਦੇ ਨਾਲ ਜ਼ਿਆਦਾ ਚੱਲਦੇ ਹਨ ਸਟੂਡੈਂਟਸ, ਤਾਂ ਇਹਨੂੰ ਨੋਟ ਕਰ ਲਓ। ਜੇ ਕਿਸੇ ਦੀਆਂ ਉਮੀਦਾਂ ਨੂੰ ਚਕਨਾਚੂਰ ਕਰਨ ਦੀ ਇੰਗਲਿਸ਼ ਲਿਖਣੀ ਹੋਵੇ, shatter the hopes ਤੇ ਜਾਂ dash the hopes। shatter the hopes ਤੇ ਜਾਂ ਕੀ ਹੈ? dash the hopes। ਜੇ ਅਸੀਂ ਸਟੂਡੈਂਟਸ ਇਹ ਕਹਿਣਾ ਹੋਵੇ
यार ਤੁਹਾਨੂੰ ਨਾ ਛੋਟੀਆਂ ਮੋਟੀਆਂ ਗੱਲਾਂ ਤੇ ਨਹੀਂ ਲੜਨਾ ਚਾਹੀਦਾ। ਛੋਟੀਆਂ ਮੋਟੀਆਂ ਗੱਲਾਂ ਦੀ ਇੰਗਲਿਸ਼ ਅਸੀਂ ਬਣਾ ਸਕਦੇ ਹਾਂ, ਜਿਵੇਂ ਕਿ ਸਮਾਲ ਮੈਟਰਸ, ਛੋਟੀਆਂ ਮੋਟੀਆਂ ਮਾਮਲੇ, ਛੋਟੇ ਮੋਟੇ ਮਾਮਲੇ, ਛੋਟੀਆਂ ਮੋਟੀਆਂ ਗੱਲਾਂ, ਸਮਾਲ ਮੈਟਰਸ। ਬਟ ਸਪੋਕਨ ਇੰਗਲਿਸ਼ ਦੇ ਲਈ ਮੈਂ ਤੁਹਾਨੂੰ ਇੱਕ ਬੜਾ ਵਧੀਆ ਐਕਸਪ੍ਰੈਸ਼ਨ ਦੱਸਦਾ ਹਾਂ, ਉਹ ਹੈ ਟ੍ਰਿਵੀਅਲ ਮੈਟਰਸ। ਜਿਹੜੀਆਂ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ, ਤੁਸੀਂ ਉਹਨਾਂ ਨੂੰ ਟ੍ਰਿਵੀਅਲ ਮੈਟਰਸ ਕਹਿ ਸਕਦੇ ਹੋ। ਇਹਨੂੰ ਨੋਟ ਕਰ ਲਓ। ਚਾਹੇ ਇਹ ਸਮਝ ਲਓ ਵੀ ਸਮਾਲ ਮੈਟਰਸ ਦੀ ਬਜਾਏ ਤੁਸੀਂ ਅੱਜ ਤੋਂ ਬਾਅਦ ਕੀ ਕਿਹਾ ਕਰੋ, ਟ੍ਰਿਵੀਅਲ ਮੈਟਰਸ, ਟ੍ਰਿਵੀਅਲ ਮੈਟਰਸ। ਹੁਣ ਲੜਨ ਦੀ ਇੰਗਲਿਸ਼ ਬਹੁਤ ਨੇ। ਤੁਹਾਨੂੰ ਡਿਸਪਿਊਟ ਵਰਡ ਆਉਂਦਾ ਹੈ, quarrel ਸ਼ਬਦ ਆਉਂਦਾ ਹੈ, QUARREL, ਫਾਈਟ ਆਉਂਦਾ ਹੈ, ਬਹੁਤ ਸਾਰੇ ਸ਼ਬਦ ਆਉਂਦੇ ਨੇ। ਪਰ ਇੱਕ ਇੱਥੇ ਐਕਸਪ੍ਰੈਸ਼ਨ ਹੋਰ ਸਿੱਖ ਲਓ ਸਪੋਕਨ ਇੰਗਲਿਸ਼ ਦੇ ਵਿੱਚ। ਯਾਦ ਰੱਖਿਓ ਫਾਲ ਆਊਟ ਸ਼ਬਦ ਬਹੁਤ ਆਉਂਦਾ ਹੈ ਸਟੂਡੈਂਟਸ। ਫਾਲ ਆਊਟ ਐਕਸਪ੍ਰੈਸ਼ਨ ਹੈ ਇਹ, ਫਾਲ ਆਊਟ। ਵੈਸੇ ਫਾਲ ਦਾ ਮਤਲਬ ਹੁੰਦਾ ਹੈ ਗਿਰਨਾ, ਪਰ ਜੇ ਫਾਲ ਦੇ ਨਾਲ ਲੱਗ ਜਾਵੇ ਆਊਟ ਤਾਂ ਇਹਦਾ ਮਤਲਬ ਬਣ ਜਾਂਦਾ ਹੈ ਲੜਨਾ। ਆਓ ਆਪਾਂ ਸੈਂਟੈਂਸ ਬਣਾਈਏ। ਤੁਹਾਨੂੰ ਛੋਟੀਆਂ ਮੋਟੀਆਂ ਗੱਲਾਂ ਤੇ ਨਹੀਂ ਲੜਨਾ ਚਾਹੀਦਾ ਹੈ। ਯੂ ਸ਼ੁਡ ਨਾਟ, ਚਾਹੀਦਾ ਹੈ ਮੀਨਸ ਆਪਾਂ ਨੇ ਕਹਿ ਦਿੱਤਾ ਯੂ ਸ਼ੁਡ ਨਾਟ। ਯੂ ਸ਼ੁਡ ਨਾਟ fall out over, over means ਇਸ ਚੀਜ਼ ਨੂੰ ਲੈ ਕੇ। ਅੱਗੇ ਲਿਖ ਦੋ over trivial matters। trivial matters ਦਾ ਮਤਲਬ ਕੀ ਹੁੰਦਾ ਸਟੂਡੈਂਟਸ, ਛੋਟੀਆਂ ਮੋਟੀਆਂ ਗੱਲਾਂ। ਇੱਥੇ ਇੱਕ ਚੀਜ਼ ਹੋਰ ਦੱਸ ਦੇਵਾਂ, ਤੁਸੀਂ trivial matters ਤੋਂ ਬਿਨਾ ਇੱਕ ਹੋਰ ਵੀ ਲਿਖ ਸਕਦੇ ਹੋ। ਇਹ ਗਲਤ ਨਹੀਂ, ਮੈਂ ਵੈਸੇ ਹੀ ਇਦਾਂ ਕੀਤਾ। ਇੱਕ ਬੜਾ ਸੋਹਣਾ ਸ਼ਬਦ ਹੈ ਟ੍ਰਾਈਫਲਸ। ਜੀ ਹਾਂ, ਸਪੋਕਨ ਦੇ ਵਿੱਚ ਕਾਫੀ ਕੰਮ ਆਉਂਦਾ ਹੈ ਟ੍ਰਾਈਫਲਸ। ਆਪਾਂ ਕਹਿੰਦੇ ਯਾਰ ਯੂ ਸ਼ੁਡਨਟ ਫਾਲ ਆਊਟ ਓਵਰ ਟ੍ਰਾਈਫਲਸ। ਕੀ ਯਾਰ ਟ੍ਰਾਈਫਲਸ ਕਰਕੇ ਕਿਉਂ ਲੜਦੇ ਹੋ? ਟ੍ਰਾਈਫਲਸ ਮੀਨਸ ਛੋਟੀਆਂ ਮੋਟੀਆਂ ਗੱਲਾਂ। ਟ੍ਰਿਵੀਅਲ ਸ਼ਬਦ ਇੱਕ ਐਡਜੈਕਟਿਵ ਹੈ, ਮੈਟਰਸ ਦੇ ਅੱਗੇ ਲੱਗ ਜਾਂਦਾ ਹੈ। ਮਤਲਬ ਟ੍ਰਿਵੀਅਲ ਮੈਟਰਸ ਦੇ ਸਮਾਨ ਕੀ ਆ ਗਿਆ, ਟ੍ਰਾਈਫਲਸ। ਬਸ ट्राइफल मैटर्स नहीं कहना, बस सीधा की कहना है ट्राइफल्स। आई थिंक इट्स क्लियर स्टूडेंट्स। ट्रिवियल मैटर्स, ट्राइफल्स ते लर्न इंग्लिश की सीखी आपने फॉल आउट। नेक्स्ट स्टूडेंट्स, जैसे ये कहना होवे, अब आम कहने हैं यार इस भलेखे ना रही, इस भरम च ना रही कि वो तेरी मदद करेगा। आप स्पोकन इंग्लिश आम कह देने आ वहम च ना रही, आ भलेखे ना रही कि वो तेरी मदद करेगा, या इस भलेखे ना रही कि तू फर्स्ट आएगा ही आएगा। हुण इहदी इंग्लिश बनाउण लगे स्टूडेंट्स कई बारी अटक जाते हैं। आओ आपां बनाइए। जदों किसी नूं कहना होवे इस भुलेखे ना रही, तो तुसीं ये कह सकते हो डोंट बी अंडर, डोंट बी अंडर दिस डिल्यूजन दैट। इहनूं नोट कर लो स्टूडेंट्स। डिल्यूजन मीनस भरम भुलेखा कह देने आपां। डोंट बी अंडर, इहदे नाल अंडर चलदा है, डोंट बी अंडर दिस इल्यूजन दैट। दैट तो बाद तुसीं कुछ भी जो कहना हो कह सकते हो। मान लो आप कहना इस भुलेखे ना रही कि वो तेरी मदद करेगा। डोंट बी अंडर दिस डिल्यूजन दैट ही विल हेल्प यू, ही विल हेल्प यू। जे आप ये कहना हो इस भुलेखे ना रही कि तू फर्स्ट आएगा, वो भी आ सकता फर्स्ट। डोंट बी अंडर दिस डिल्यूजन दैट यू विल स्टैंड फर्स्ट। अच्छा, ये जरूरी नहीं कि हमेशा डोंट बी दे नाल ही लगू डिल्यूजन। तुसीं नूं वैसे भी कह सकते हो किसी होर सेंटेंस दे विच। आप प्रैक्टिस कर लेने। मान लो आप कहना हो वो इस भुलेखे च है कि वो फर्स्ट आएगा, वो इस भुलेखे च है कि तुसीं उहदी मदद करोगे। जदों आप कहना भी वो इस भुलेखे च है, तो उहदी इंग्लिश आप इदां कहांगे स्टूडेंट्स, ही इज अंडर दिस डिल्यूजन दैट। बस उहनूं सीधा आप कह देंगे ही इज अंडर दिस डिल्यूजन दैट। अगे जो भी साडा हैगा आप लिख सकते हैं, ही इज अंडर दिस डिल्यूजन दैट यू विल हेल्प हिम। He is under this delusion that he'll easily win this match, कि वो इस मैच ਨੂੰ आसानी ਨਾਲ ਜਿੱਤ ਲੇਗਾ। I think this is pretty much clear. Next students, ਜੇ ਆਪਾਂ ਕਿਸੇ ਨੂੰ ਕਹਿਣਾ ਹੋਵੇ ਸੁਧਰ ਜਾ, ਸੁਧਰ ਜਾ, ਸੁਧਰ ਜਾ, ਕਾਕਾ ਜੀ ਸੁਧਰ ਜੋ, ਜਿਹੜੇ ਤੁਸੀਂ ਕੰਮ ਕਰ ਰਹੇ ਹੋ ਨਾ ਬਹੁਤ ਅੰਜਾਮ ਇਹਨਾਂ ਦੇ ਭੈੜੇ ਨਿਕਲਣਗੇ। ਹੁਣ ਜਦੋਂ ਆਪਾਂ ਕਿਸੇ ਨੂੰ ਕਹਿਣਾ ਵੇ ਸੁਧਰ ਜਾ, ਸੁਧਰ ਜਾ ਮੀਨਸ कोई भी कोई अवगुण है उन्होंने छड़ दे, कोई शराब पीना है, कोई नशे करदा है, कुछ ना कुछ मतलब उन्होंने छड़ दे, आ सुधर जा तू। तुसी किसी नूं कहना वे सुधर जा, काम करने बंद कर दे, तो तुसी ये कह सकते हो मैंड योर वेज। वैसे मैंड का मतलब भी चेंज करना होंदा, अपने जिहड़े रास्ते अपना रखे ने तो उन्होंने चेंज कर ला, मीनस सुधर जा। ये एक्सप्रैशन बहुत चलता स्टूडेंट्स। आप किसी नूं कहना होवे ना सुधर जा, सुधर जा,
oh mend your ways, otherwise एक दिन तेनू बहुत पछताना पएगा, otherwise you'll have to repent a lot one day। अच्छा, ਪਛਤਾਉਣ ਦੀ ਇੰਗਲਿਸ਼ ਨੋਟ ਕਰ ਲਓ ਸਟੂਡੈਂਟਸ, ਇੱਕ ਤਾਂ ਹੁੰਦੀ ਹੈ ਰਿਪੈਂਟ ਤੇ ਦੂਜਾ ਵਰਡ ਇੱਕ ਹੋਰ ਨੋਟ ਕਰ ਲਓ, ਰਿਗਰੈਟ। ਹਾਂਜੀ, ਦੋਨਾਂ ਦਾ ਮੀਨਿੰਗ ਹੁੰਦਾ ਹੈ ਪਛਤਾਉਣਾ। ਹਾਂਜੀ, ਕਿਹੜੇ ਕਿਹੜੇ ਦੋ ਵਰਡਸ ਆ ਗਏ, ਰਿਪੈਂਟ ਤੇ ਰਿਗਰੈਟ। ਤਾਂ ਇੱਕ ਵਾਰੀ ਮੈਨੂੰ ਦੁਬਾਰਾ ਬੋਲ ਕੇ ਦਿਖਾਓ, ਕੀ ਆ ਗਿਆ ਹੈ, oh mend your ways, otherwise you'll have to regret one day। mend your ways means ਸੁਧਰ ਜਾ। ਕਈ ਵਾਰ ਸਟੂਡੈਂਟਸ ਆਪਾਂ ਕਿਸੇ ਦਾ ਧਿਆਨ ਖਿੱਚਣ ਦੇ ਲਈ ਇਹ ਕਹਿ ਦਿੰਦੇ ਆ, ਦੇਖ ਯਾਰ, ਦੇਖੋ ਦੇਖੋ ਆ ਗਿਆ, ਦੇਖੋ ਆਪਣਾ ਮੈਚ ਸ਼ੁਰੂ ਹੋ ਗਿਆ, ਦੇਖ ਟੈਲੀਵਿਜ਼ਨ ਦੇ ਉੱਤੇ ਪ੍ਰੋਗਰਾਮ ਸ਼ੁਰੂ ਹੋ ਗਿਆ। ਆਪਾਂ ਅਕਸਰ ਕਹਿੰਦੇ ਨੇ ਦੇਖ। ਹੁਣ ਦੇਖ ਦੀ ਇੰਗਲਿਸ਼ ਤੁਹਾਨੂੰ ਆਉਂਦੀ ਹੈ ਲੁੱਕ, ਆਪਾਂ ਕਹਿੰਦੇ ਲੁੱਕ, ਲੁੱਕ ਹੀ ਹੈਜ਼ ਕਮ। ਪਰ ਯਾਦ ਰੱਖੋ, ਲੁੱਕ ਦੀ ਬਜਾਏ ਤੁਸੀਂ ਲੋ ਯੂਜ਼ ਕਰ ਸਕਦੇ ਹੋ ਵਰਡ। ਕਿਹੜਾ ਵਰਡ ਯੂਜ਼ ਕਰੋ, ਸਿੰਪਲੀ ਲੋ। ਆਪਾਂ ਨੇ ਦੇਖ, ਓਹ हैरानी तरीके नाल कहना होवे आपां, हैरानीजनक तरीके नाल, ओह देख हो आ गया, ओह लो ही हैज कम। लो मीन्स देख या देखो कह देने आपां ध्यान खिंचण दे लई, लो ही हैज कम, ओह लो द मैच हैज स्टार्टेड। लो मीन्स देखो। चलदे हैं स्टूडेंट्स साडी स्पोकन इंग्लिश स्ट्रक्चर दे वल। ਇਹ ਦੋ ਸੈਂਟੈਂਸਸ ਦੇ ਵੱਲ ਤੁਸੀਂ ਇੱਕ ਵਾਰੀ ਧਿਆਨ ਦਿਓ। ਫਸਟ ਕੀ ਹੈ, ਉਹ ਇੰਨਾ ਗਰੀਬ ਹੈ ਕਿ ਫੀਸ ਨਹੀਂ ਭਰ ਸਕਦਾ ਜਾਂ ਫੀਸ ਨਹੀਂ ਦੇ ਸਕਦਾ। ਆਪਾਂ ਲਾਸਟ ਲੈਕਚਰ ਦੇ ਵਿੱਚ ਵੀ ਪੜਿਆ ਸੀ, ਇਹ ਹੈ ਨੈਗੇਟਿਵ, ਕਿ ਉਹ ਇੰਨਾ ਐਦਾ ਹੈ ਕਿ ਇਹ ਕੰਮ ਕਰ ਨਹੀਂ ਸਕਦਾ, ਨਹੀਂ ਆ ਗਿਆ। ਅੱਜ ਇਹਦਾ ਆਪੋਜ਼ਿਟ ਪੜਾਂਗੇ ਆਪਾਂ, ਉਹ ਇੰਨਾ ਅਮੀਰ ਹੈ ਕਿ ਇੱਕ ਹਵਾਈ ਜਹਾਜ਼ ਖਰੀਦ ਸਕਦਾ ਹੈ। ਇਹ ਨੈਗੇਟਿਵ ਹੈ ਕਿ ਇਹ ਕੰਮ ਕਰ ਨਹੀਂ ਸਕਦਾ, ਤੇ ਇਹ ਇੱਕ ਪੋਜ਼ਿਟਿਵ ਹੈ ਕਿ ਉਹ ਇਹ ਕੰਮ ਕਰ ਸਕਦਾ ਹੈ। ਪ੍ਰੈਕਟਿਸ ਵੀ ਕਰਾਂਗੇ ਜੀ ਆਪਾਂ। ਜਦੋਂ ਆਪਾਂ ਕਹਿਣਾ ਹੋਵੇ ਕਿ ਉਹ ਇੰਨਾ ਜ਼ਿਆਦਾ ਇਦਾਂ ਹੈ ਕਿ ਉਹ ਆ ਕੰਮ ਕਰ ਨਹੀਂ ਸਕਦਾ, ਤਾਂ ਅਸੀਂ ਇਹਨੂੰ ਬਣਾਵਾਂਗੇ ਸਟੂਡੈਂਟਸ, ਲਾਸਟ ਲੈਕਚਰ ਦੇ ਵਿੱਚ ਆਪਾਂ ਸਿੱਖਿਆ ਸੀ ਟੂ ਤੇ ਟੂ ਨਾਲ। ਆਓ ਬਣਾਈਏ। ਉਹ ਇੰਨਾ ਗਰੀਬ ਹੈ ਕਿ ਫੀਸ ਨਹੀਂ ਭਰ ਸਕਦਾ, ਤਾਂ ਆਪਾਂ ਕਹਾਂਗੇ ਹੀ ਇਜ਼ ਟੂ ਪੂਅਰ। ਉਹ ਇੰਨਾ ਪੂਅਰ ਹੈ, ਕੀ ਨਹੀਂ ਕਰ ਸਕਦਾ, ਇਸ ਤੋਂ ਬਾਅਦ ਆਪਾਂ ਟੂ ਨਾਲ ਕਨੈਕਟ ਕਰਦੇ ਨੇ, ਹੀ ਇਜ਼ ਟੂ ਪੂਅਰ to pay the fee। he is too poor to pay the fee। ਉਹ ਫੀ ਨਹੀਂ ਪੇ ਕਰ ਸਕਦਾ। ਅੱਗੇ ਚੱਲਦੇ ਹਾਂ। ਜੇ ਆਪਾਂ ਕਹਿਣਾ ਹੋਵੇ ਉਹ ਇੰਨਾ ਅਮੀਰ ਹੈ ਕਿ ਹਵਾਈ ਜਹਾਜ਼ ਖਰੀਦ ਸਕਦਾ ਹੈ, ਦੱਸਣਾ ਵੇ ਕਿਆ ਕੰਮ ਕਰ ਸਕਦਾ ਹੈ, ਤਾਂ ਫਿਰ ਅਸੀਂ ਉਹਨੂੰ ਐਨਫ ਤੇ ਟੂ ਨਾਲ ਬਣਾਉਂਦੇ ਹਾਂ ਸਟੂਡੈਂਟਸ। ਆ ਫਰਕ ਹੈ, ਇਹ ਪੋਜ਼ਿਟਿਵ, ਇਹ ਨੈਗੇਟਿਵ ਦੇ ਵਿੱਚ। ਠੀਕ ਹੈ, ਆਓ ਇਹਦੀ ਪ੍ਰੈਕਟਿਸ ਕਰੀਏ। ਇੱਥੇ ਇੱਕ ਗ੍ਰਾਮਰ ਦਾ ਬੜਾ ਇੰਪੋਰਟੈਂਟ ਰੂਲ ਆਏਗਾ। ਉਹ ਇੰਨਾ ਅਮੀਰ ਹੈ, ਹੀ ਇਜ਼, ਇੱਥੇ ਰੁਕ ਜਾਓ। ਆ ਜਿਹੜਾ ਆਪਾਂ ਟੂ ਲਗਾਇਆ ਸੀ, ਇਹ ਆਪਾਂ ਐਡਜੈਕਟਿਵ ਦੇ ਪਹਿਲਾਂ ਲਗਾਇਆ ਸੀ, ਪੂਅਰ ਦੇ ਪਹਿਲਾਂ। ਲੇਕਿਨ ਜੇ ਇਨਫ ਲਿਖਣਾ ਹੈ, ਉਹ ਯਾਦ ਰੱਖਣਾ ਹੈ ਸਟੂਡੈਂਟਸ, ਸ਼ਬਦ ਦੇ ਬਾਅਦ ਚ ਆਏਗਾ, ਐਡਜੈਕਟਿਵ ਦੇ ਬਾਅਦ ਚ ਆਏਗਾ। ਅਮੀਰ ਦੀ ਇੰਗਲਿਸ਼ ਰਿਚ, ਤਾਂ ਰਿਚ ਤੋਂ ਬਾਅਦ ਲਿਖਾਂਗੇ ਇਨਫ ਅਸੀਂ, ਬਸ ਆ ਯਾਦ ਰੱਖਣਾ, ਇਨਫ ਬਾਅਦ ਵਿੱਚ ਆਏਗਾ। ਮੈਂ ਤੁਹਾਨੂੰ ਯਾਦ ਕਰਵਾ ਦਿੰਦਾ ਹਾਂ, ਇਨਫ ਬਾਅਦ ਚ ਆਏਗਾ, ਬਾਅਦ ਵਿੱਚ ਆਏਗਾ ਸਟੂਡੈਂਟਸ, ਭੁੱਲਣਾ ਨਹੀਂ, ਇਨਫ ਬਾਅਦ ਵਿੱਚ ਆਏਗਾ। ਹੀ ਇਜ਼ ਰਿਚ ਇਨਫ ਟੂ, ਟੂ ਤੋਂ ਬਾਅਦ ਆਪਾਂ ਲਿਖ ਦਾਂਗੇ ਕੀ ਕਰ ਸਕਦਾ ਹੈ, ਇੱਕ ਜਹਾਜ਼ ਖਰੀਦ ਸਕਦਾ ਹੈ, ਟੂ ਬਾਈ ਐਨ ਐਰੋਪਲੇਨ, ਟੂ ਬਾਈ ਐਨ ਐਰੋਪਲੇਨ ਜਾਂ 에ਅਰਕ੍ਰਾਫਟ, ਹੀ ਇਜ਼ ਰਿਚ ਇਨਫ ਟੂ ਬਾਈ ਐਨ ਐਰੋਪਲੇਨ। ਅੱਛਾ, ਇੱਕ ਚੀਜ਼ ਹੋਰ ਧਿਆਨ ਨਾਲ ਦੇਖੋ, ਇਹਨਾਂ ਦੋਨਾਂ ਨੂੰ ਤੁਸੀਂ ਸੋ ਦੈਟ ਨਾਲ ਤਾਂ ਬਣਾ ਹੀ ਸਕਦੇ ਹੋ ਸਟੂਡੈਂਟਸ। ਜਿਵੇਂ ਕਿ ਉਹ ਇੰਨਾ ਗਰੀਬ ਹੈ, ਇਹਨੂੰ ਇਦਾਂ ਕਹਿ ਸਕਦੇ ਸੀ, ਹੀ ਇਜ਼ ਸੋ ਪੂਅਰ ਦੈਟ, ਹੀ ਇਜ਼ ਸੋ ਪੂਅਰ ਦੈਟ, ਉਹ ਇੰਨਾ ਗਰੀਬ ਹੈ ਕਿ ਫੀਸ ਨਹੀਂ ਭਰ ਸਕਦਾ, ਦੈਟ ਹੀ ਕੈਨ ਨਾਟ ਜਾਂ ਹੀ ਕਾਂਟ ਪੇ ਦ ਫੀ। ਤੇ ਫਿਰ ਆਪਾਂ ਕਾਂਟ ਦਾ ਜ਼ਿਕਰ ਕਰਾਂਗੇ, ਪੂਰਾ ਖੋਲ ਕੇ ਲਿਖਾਂਗੇ ਸੈਂਟੈਂਸ, ਇਜ਼ ਸੋ ਪੂਅਰ ਦੈਟ ਹੀ ਕਾਂਟ ਪੇ ਦ ਫੀ। ਸੋ ਦੈਟ ਨਾਲ ਇਹਨੂੰ ਬਣਾ ਲਓ, ਚਾਹੇ ਉਹ ਇੰਨਾ ਅਮੀਰ ਹੈ, ਫਿਰ ਆਪਾਂ ਕਹਾਂਗੇ ਹੀ ਇਜ਼ ਸੋ ਰਿਚ, ਹੀ ਇਜ਼ ਸੋ ਰਿਚ ਦੈਟ he can, is so rich that he can buy an aeroplane. He can buy an aeroplane. But when it comes to these two structures, always keep in mind, ਦਿਮਾਗ ਚ ਰੱਖੋ, ਆ ਟੂ ਤੇ ਟੂ ਅਸੀਂ ਨੈਗੇਟਿਵਲੀ ਯੂਜ਼ ਕਰਨਾ ਹੈ ਕਿ ਉਹ ਏਦਾਂ ਨਹੀਂ ਕਰ ਸਕਦਾ, ਤੇ ਆ ਅਸੀਂ ਪੋਜ਼ਿਟਿਵਲੀ ਯੂਜ਼ ਕਰਨਾ ਹੈ। ਕਰਾਂਗੇ ਦੀ ਪ੍ਰੈਕਟਿਸ, ਕਰਦੇ ਹਾਂ ਸਟੂਡੈਂਟਸ ਪ੍ਰੈਕਟਿਸ।
ਇਹ ਸੈਂਟੈਂਸ ਦੇਖੋ ਕੀ ਹੈ, ਉਹ ਇੰਨਾ ਬਹਾਦਰ ਹੈ ਕਿ ਕਿਸੇ ਨੂੰ ਵੀ ਹਰਾ ਸਕਦਾ ਹੈ। ਆਓ ਬਣਾਈਏ ਇੰਗਲਿਸ਼, ਤਾਂ ਆਪਾਂ ਕਵਾਂਗੇ ਹੀ ਇਜ਼ brave enough, ਆਪਾਂ ਇਹ ਨਹੀਂ ਕਵਾਂਗੇ he is enough brave, ਕੀ ਕਵਾਂਗੇ he is brave enough to ਕੀ ਕਰ ਸਕਦਾ ਹੈ, ਕਿਸੇ ਨੂੰ ਵੀ ਹਰਾ ਸਕਦਾ ਹੈ। ਹਰਾਨ ਦੀ ਇੰਗਲਿਸ਼ ਚਲੋ ਆਪਾਂ ਲਿਖ ਦਿੱਤੀ defeat anyone, ਕਿਸੇ ਨੂੰ ਵੀ ਹਰਾ ਸਕਦਾ ਹੈ। he is brave enough to defeat anyone। ਇੱਕ ਚੀਜ਼ ਹੋਰ ਦੱਸ ਦੇਵਾਂ, ਕਿਸੇ ਨੂੰ ਬੁਰੀ ਤਰ੍ਹਾਂ ਹਰਾਉਣਾ ਹੋਵੇ, ਤੁਸੀਂ ਉਹਦੇ ਲਈ ਥ੍ਰੈਸ਼ ਵਰਡ ਯੂਜ਼ ਕਰ ਸਕਦੇ ਹੋ। ਵੈਸੇ ਅਸਲ ਦੇ ਵਿੱਚ ਥ੍ਰੈਸ਼ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਬੁਰੀ ਤਰ੍ਹਾਂ ਕੁੱਟਣਾ। ਓ ਦੇ ਥ੍ਰੈਸ਼ਡ ਹਿਮ, ਉਹਨਾਂ ਨੇ ਉਹਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ। ਪਰ ਥ੍ਰੈਸ਼ ਦਾ ਮਤਲਬ ਬੁਰੀ ਤਰ੍ਹਾਂ ਹਰਾਉਣਾ ਵੀ ਹੁੰਦਾ। ਸਟੂਡੈਂਟਸ ਯਾਦ ਰੱਖੋਗੇ ਕਿਹੜਾ ਵਰਡ ਹੈ, ਬੋਲੋ ਇਹ ਥ੍ਰੈਸ਼। ਜਿਵੇਂ ਆਪਾਂ ਕਹਿਣਾ ਹੋਵੇ ਓ ਇੰਡੀਆ ਥ੍ਰੈਸ਼ਡ ਆਸਟ੍ਰੇਲੀਆ, ਭਾਰਤ ਨੇ ਆਸਟ੍ਰੇਲੀਆ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। is brave enough to defeat anyone। ਅੱਗੇ ਚੱਲਦੇ हैं, ਉਹ ਇੰਨਾ ਹੁਸ਼ਿਆਰ ਹੈ ਕਿ ਸਾਰੇ ਸਵਾਲ ਹੱਲ ਕਰ ਸਕਦਾ ਹੈ। ਆਓ ਲਿਖੀਏ, ਪੜ੍ਹਾਈ ਲਿਖਾਈ 'ਚ ਜੋ ਹੁਸ਼ਿਆਰ ਹੁੰਦਾ ਹੈ ਉਹਨੂੰ ਆਪਾਂ ਬ੍ਰਿਲੀਅੰਟ ਕਹਿ ਦਿੰਦੇ ਹਾਂ। he is brilliant enough, he is brilliant enough to ਕੀ ਕਰ ਸਕਦਾ, ਸਾਰੇ ਸਵਾਲ ਹੱਲ ਕਰ ਸਕਦਾ ਹੈ। to solve all the sums, he is brilliant enough to solve all the sums। ਇਨਫ ਬ੍ਰਿਲੀਅੰਟ ਨਹੀਂ, ਹੀ ਇਜ਼ ਬ੍ਰਿਲੀਅੰਟ ਇਨਫ। ਜੀ ਅੱਗੇ ਆਪਾਂ ਟੂ ਨਾਲ ਬਣਾਉਣਾ ਸੈਂਟੈਂਸ। ਅੱਗੇ ਚੱਲਦੇ ਹਾਂ, ਉਹ ਇੰਨਾ ਚਲਾਕ ਹੈ ਕਿ ਕਿਸੇ ਨੂੰ ਵੀ ਮੂਰਖ ਬਣਾ ਸਕਦਾ ਹੈ। ਆਓ ਬਣਾਈਏ, ਹੀ ਇਜ਼ clever enough, he is clever enough to ਕੀ ਕਰ ਸਕਦਾ ਹੋ, ਕਿਸੇ ਨੂੰ ਵੀ ਮੂਰਖ ਬਣਾ ਸਕਦਾ ਹੈ। ਮੂਰਖ ਬਣਾਉਣ ਦੀ ਇੰਗਲਿਸ਼ ਆਪਾਂ ਇੱਥੇ ਲਿਖ ਲੈਂਦੇ ਹਾਂ befool। he is clever enough to befool anyone, he is clever enough to befool anyone। ਹੁਣ ਸਟੂਡੈਂਟਸ ਗੱਲ ਇਹ ਹੈ, ਨੈਗੇਟਿਵਲੀ ਆਪਾਂ ਕਹਿਣਾ ਹੋਵੇ ਕਿ ਨਹੀਂ ਕਰ ਸਕਦਾ, ਫਿਰ ਆਪਾਂ ਟੂ ਤੇ ਟੂ ਵਾਲੀ ਸਟਰਕਚਰ ਯੂਜ਼ ਕਰਾਂਗੇ। ਜਿਵੇਂ ਕਿ ਉਹ ਇੰਨਾ ਬਜ਼ੁਰਗ ਹੈ, ਚੱਲ ਨਹੀਂ ਸਕਦਾ, he is too old to walk। ਪੋਜ਼ਿਟਿਵਲੀ ਗੱਲ ਕਰਨੀ ਹੋਵੇ, ਉਹ ਇੰਨਾ ਅਮੀਰ ਹੈ ਕਿ ਇੱਕ ਘਰ ਵੀ ਖਰੀਦ ਸਕਦਾ ਹੈ, he is rich enough to buy even this house। Thank you very much।